किरत पया जो प्रभ पाया, दीपक सहज बल तत् जलाया। जिवें ਕੱਤੇ ਦੇ ਮਹੀਨੇ ਵਿੱਚ ਜ਼ਿਮੀਂਦਾਰ ਕਿਸਾਨ ਹਾੜੀ ਦੀ ਸਾਉਣੀ ਦੀ ਫਸਲ ਕੱਟ ਲੈਂਦਾ ਹੈ ਤੇ ਹਾੜੀ ਬੀਜਣ ਵਾਸਤੇ ਤਿਆਰੀ ਕਰਦਾ ਹੈ। ਉਸ ਨੂੰ ਪਿਛਲੇ ਕੀਤੇ ਕਰਮਾਂ ਦਾ ਫਲ ਪ੍ਰਾਪਤ ਹੋ ਜਾਂਦਾ ਤੇ ਅਗਾਂਹ ਵਾਸਤੇ ਜਿਹੜਾ ਸਾਰਾ ਸਾਲ ਉਹਨੇ ਅਨਾਜ ਖਾਣਾ ਹੈ ਉਹਦੀ ਤਿਆਰੀ ਹੋ ਜਾਂਦੀ ਹੈ, ਤਿਆਰੀ ਕਰ ਲੈਂਦਾ ਹੈ। ਇਸੇ ਤਰ੍ਹਾਂ ਇਸ ਜੀਵ ਦੇ ਕੀਤੇ ਕਰਮਾਂ ਦਾ ਫਲ ਸੰਸਾਰ ਵਿੱਚ ਮਿਲਦਾ ਹੈ ਤੇ ਮਾਲਕ ਦੇ ਦਰ ਤੇ ਪਹੁੰਚਣ ਵਾਸਤੇ ਮਾਲਕ ਦੇ ਪਿਆਰ ਵਾਲੇ ਕਰਮਾਂ ਦੀ ਉਹਨੂੰ ਮਿਲਣ ਦੀ ਫਸਲ ਬੀਜੀ ਜਾਂਦੀ ਹੈ, ਭਾਵ ਸਿਮਰਨ ਕੀਤਾ ਜਾਂਦਾ ਹੈ। ਜਿਹੜਾ ਇਹ ਸਿਮਰਨ ਕਰਦਾ ਹੈ ਪਰਮੇਸ਼ਰ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ। ਉਹਦੇ ਹਿਰਦੇ ਵਿੱਚ ਆਤਮਿਕ ਅਡੋਲਤਾ ਵਾਲੇ ਗੁਣ ਆ ਜਾਂਦੇ ਹਨ। ਦੀਵਾ ਜਗ ਪੈਂਦਾ ਹੈ ਸੱਚ ਦਾ ਅਤੇ ਉਹਦੀ ਜਾਣ ਪਛਾਣ ਪਰਮੇਸ਼ਰ ਨਾਲ ਹੋ ਜਾਂਦੀ ਹੈ। ਇਸ ਸੱਚ ਗਿਆਨ ਦੇ ਚਾਨਣ ਨਾਲ, ਸ਼ਬਦ ਦੇ ਦੀਵੇ ਨਾਲ। ਦੀਪਕ ਰਸ ਤੁਲ ਤਿਲੋ ਧਨ ਪਿਰ ਮਿਲੋ, ਧਨ ਉਮਾ ਹੈ ਸਰਸੀ। ਅਵਗੁਣ ਮਾਰੀ ਮਰੈ ਨ ਸੀਜੈ, ਗੁਣ ਮਾਰੀ ਤਾਂ ਮਰਸੀ। ਜਿਹੜੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਿਲਾਪ ਹੋ ਜਾਂਦਾ ਹੈ ਉਹਦੇ ਅੰਦਰ ਆਤਮਿਕ ਜੀਵਨ ਦੀ ਸਮਝ ਆ ਜਾਂਦੀ ਹੈ ਅਤੇ ਉਹਦੇ ਅੰਦਰ ਚਾਨਣ ਹੋ ਜਾਂਦਾ ਹੈ। ਜਿਵੇਂ ਤੇਲ ਬਲ ਰਿਹਾ ਹੈ ਉਹ ਜੀਵ ਇਸਤਰੀ ਉਤਸ਼ਾਹਿਤ ਆਤਮਿਕ ਆਨੰਦ ਮਾਣਦੀ ਹੈ ਇਸ ਦੀਵੇ ਦੇ ਚਾਨਣ ਵਿੱਚ। ਜਿਹੜੀ ਜੀਵ ਇਸਤਰੀ ਦੇ ਜੀਵਨ ਨੂੰ ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਿਕ ਮੌਤੇ ਮਰ ਗਈ। ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦੀ। ਪਰ ਜਿਹੜੀ ਜੀਵ ਇਸਤਰੀ ਨੂੰ ਪ੍ਰਭੂ ਦੀ ਸਿਫਤ ਸਲਾਹ ਨੇ ਵਿਕਾਰਾਂ ਵੱਲੋਂ ਮਾਰਿਆ ਉਹੀ ਵਿਕਾਰਾਂ ਵੱਲੋਂ ਬਚੀ ਰਹੇਗੀ। ਨਾਮ ਭਗਤ ਦੇ ਨਿਜ ਕਰ ਬੈਠੇ, ਅਜੋ ਤਿਨਾੜੀ ਆਸਾ। ਨਾਨਕ ਮਿਲੋ ਕਪਟ ਦਰ ਖੋਲੋ, ਏਕ ਕੜੀ ਖਟ ਮਾਸਾ। ਜਿਨ੍ਹਾਂ ਨੂੰ ਪ੍ਰਮਾਤਮਾ ਆਪਣਾ ਨਾਮ ਬਖਸ਼ਿਸ਼ ਕਰ ਦਿੰਦਾ ਹੈ, ਆਪਣੀ ਭਗਤੀ ਦੀ ਦਾਤ ਦੇ ਦਿੰਦਾ ਹੈ, ਉਹ ਵਿਕਾਰਾਂ ਵੱਲ ਭਟਕਣ ਵੱਲੋਂ ਮੁੜ ਪੈਂਦੇ ਹਨ ਤੇ ਹਿਰਦੇ ਵਿੱਚ ਟਿਕੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਦਾ ਹੀ ਮਾਲਕ ਦੇ ਮਿਲਾਪ ਦੀ ਤਾਂਘ ਖਿੱਚ ਬਣੀ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਉਹ ਸਦਾ ਅਰਦਾਸ ਕਰਦੇ ਹਨ, ਹੇ ਸੱਚੇ ਪਾਤਸ਼ਾਹ ਸਾਨੂੰ ਮਿਲ, ਸਾਡੇ ਅੰਦਰੋਂ ਵਿਛੋੜਾ ਪਾਉਣ ਵਾਲੇ ਕਿਵਾੜ ਖੋਲ ਦੇ। ਤੇਰੇ ਨਾਲੋਂ ਇੱਕ ਘੜੀ ਦਾ ਵਿਛੋੜਾ 6 ਮਹੀਨੇ ਵਰਗਾ ਜਾਪਦਾ ਹੈ। ਮੰਗਰ ਮਾਂ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਭਾਵੇ। ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਨਾਲ ਜਿਹੜੀ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਆ ਵਸਦਾ ਹੈ ਉਸਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ। ਇਹ ਸਦਾ ਥਿਰ ਪਿਆਰਾ ਪ੍ਰਭੂ ਪਤੀ ਉਸ ਗੁਣਾਂ ਵਾਲੀ ਜੀਵ ਇਸਤਰੀ ਨੂੰ ਪਿਆਰਾ ਲੱਗਦਾ ਹੈ ਜੋ ਉਹਦੇ ਗੁਣ ਚੇਤੇ ਕਰਦੀ ਹੈ। ਨਿਹਚਲ ਚਤਰ ਸੁਜਾਨ ਵਿਦਾਤਾ, ਚੰਚਲ ਜਗਤ ਸਬਾਇਆ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਪਾਣੇ ਤਾਂ ਪਾਇਆ। ਹੋਰ ਸਾਰਾ ਜਗਤਾਂ ਨਾਸਵੰਤ ਹੈ, ਇੱਕ ਸਿਰਜਣਹਾਰ ਹੀ ਜੋ ਚਤੁਰ ਹੈ, ਸਿਆਣਾ ਹੈ, ਸਦਾ ਰਹਿਣ ਵਾਲਾ ਹੈ। ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ। ਉਸ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ। ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ। ਪ੍ਰਭੂ ਦੀ ਰਜ਼ਾ ਅਨੁਸਾਰ ਸਭ ਕੁਝ ਉਸ ਜੀਵ ਇਸਤਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਜਿਹੜੀ ਪਰਮੇਸ਼ਰ ਨੂੰ ਯਾਦ ਕਰਦੀ ਹੈ, ਸਿਮਰਨ ਕਰਦੀ ਹੈ। ਗੀਤ ਨਾਦ ਕਵਤ ਕਵੇ ਸੁਣ, ਰਾਮ ਨਾਮ ਦੁਖ ਭਾਗੈ।
ਨਾਨਕ ਸਾਤਨ ਨਾਮ ਪਿਆਰੀ, ਅਬ ਭਗਤੀ ਪਿਰ ਆਗੈ। ਪ੍ਰਭੂ ਦੀ ਸਿਫਤ ਸਲਾਹ ਦੇ ਗੀਤ, ਬਾਣੀ, ਕਾਵਿ ਰਚਨਾ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਸਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਪ੍ਰਭੂ ਦੀ ਲੋਕ ਜਾਣੇ ਇਹ ਗੀਤ ਹੈ ਤਾਂ ਬ੍ਰਹਮ ਵਿਚਾਰ। ਪਾਤਸ਼ਾਹ ਕਹਿੰਦੇ ਉਹ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਅੱਗੇ ਭੇਟ ਕਰਦੀ ਹੈ। ਜਿਹੜੀ ਭੁਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ ਹੈ, ਆਵਤ ਕੀ ਨਾਹੀ ਮਨ ਤਨ ਵਸੈ ਮੁਖੇ। ਉਹਦੇ ਮਹੀਨੇ ਵਿੱਚ ਕੋਰਾ ਪੈਂਦਾ ਹੈ, ਉਹ ਵਣ ਨੂੰ, ਘਾਹ ਨੂੰ, ਹਰੇ ਘਾਹ ਬੂਟ ਦੇ ਰਸ ਨੂੰ ਸੁਕਾ ਦਿੰਦਾ ਹੈ। ਪ੍ਰਭੂ ਦੀ ਯਾਦ ਭੁਲਾਇਆ ਜਿਸ ਮਨੁੱਖ ਦੇ ਅੰਦਰ ਕੋਰੇ ਵਰਗਾ ਕੋਰਾਪਣ ਜ਼ੋਰ ਪਾਉਂਦਾ ਹੈ, ਉਹ ਉਸ ਦੇ ਜੀਵਨ ਵਿੱਚੋਂ ਪ੍ਰੇਮ ਰਸ ਨੂੰ ਸੁਕਾ ਦਿੰਦਾ ਹੈ। ਹੇ ਮੇਰੇ ਮਾਲਕਾ, ਤੂੰ ਆ ਕੇ ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਮੂੰਹ ਵਿੱਚ ਕਿਉਂ ਨਹੀਂ ਵਸਦਾ, ਤਾਂ ਕਿ ਮੇਰਾ ਜੀਵਨ ਰੁੱਖਾ ਨਾ ਹੋ ਜਾਵੇ। ਮਨ ਤਨ ਰਵ ਰਹਿਆ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ। ਅੰਡਜ ਜੇਰਜ ਸੇਤ ਜੇ ਉਤਪੁਜ, ਕਟ ਕਟ ਜੋਤ ਸਮਾਣੀ। ਜਿਸ ਜੀਵ ਦੇ ਮਨ ਵਿੱਚ, ਤਨ ਵਿੱਚ, ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵਸਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿੱਚ, ਹਰੇਕ ਘਟ ਵਿੱਚ ਪ੍ਰਭੂ ਹੀ ਪ੍ਰਭੂ ਦਿਸਦਾ ਹੈ। ਦਰਸ਼ਨ ਦੇ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ। ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਹੇ ਦਇਆਲ, ਦਇਆ ਦੇ ਘਰ ਦਾਤਾਰ ਮਾਲਕ, ਮੈਨੂੰ ਆਪਣਾ ਦਰਸ਼ਨ ਦੇ, ਮੈਨੂੰ ਚੰਗੀ ਅਕਲ ਦੇ, ਜਿਹਦੇ ਨਾਲ ਮੈਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਾਂ ਅਤੇ ਤੈਨੂੰ ਹਰ ਥਾਂ ਵੇਖ ਸਕਾਂ। ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੀ ਪ੍ਰੀਤ, ਜਿਸ ਦਾ ਪਿਆਰ ਮਾਲਕ ਨਾਲ ਬਣ ਜਾਂਦਾ ਹੈ, ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿੱਚ ਜੁੜ ਕੇ ਉਸਦੇ ਗੁਣ ਨਾਲ ਯਾਦ ਕਰਦਾ ਹੈ, ਆਨੰਦ ਮਾਣਦਾ ਹੈ। ਮਾਗ ਪੁਨੀਤ ਪਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੈ ਗੁਣ ਗਹਿ ਅੰਕ ਸਮਾਨਿਆ। ਮਾਘ ਮਹੀਨੇ ਵਿੱਚ ਲੋਕ ਪ੍ਰਯਾਗ ਆਦਿ ਉੱਤੇ ਇਸ਼ਨਾਨ ਕਰਨ ਵਿੱਚ ਪਵਿੱਤਰਤਾ ਸਮਝਦੇ ਨੇ, ਪਰ ਜਿਸ ਜੀਵ ਨੇ ਆਪਣੇ ਹਿਰਦੇ ਵਿੱਚ ਹੀ ਤੀਰਥ ਪਛਾਣ ਲਿਆ ਹੈ, ਉਸ ਦੀ ਜਿੰਦ ਪਵਿੱਤਰ ਹੋ ਜਾਂਦੀ ਹੈ। ਜੋ ਜੀਵ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ, ਜਿੱਥੇ ਉਸ ਨੂੰ ਸੱਜਣ ਪ੍ਰਭੂ ਮਿਲ ਪੈਂਦਾ ਹੈ। ਪ੍ਰੀਤਮ ਗੁਣ ਅੰਕੇ, ਸੁਣ ਪ੍ਰਭ ਬੰਕੇ, ਤੁਧ ਪਾਵਾਂ ਸਰਨਾਵਾ। ਗੰਗ ਜਮਨ ਤਹਿ ਬੇਣੀ ਸੰਗਮ, ਸਾਤ ਸਮੁੰਦ ਸਮਾਵਾ। ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ। ਹੇ ਸੋਹਣੇ ਪ੍ਰੀਤਮ ਪ੍ਰਭੂ, ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ ਤੇਰੀ ਸਿਫਤ ਸਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਜਾਵਾਂ, ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰ ਲਿਆ ਸਮਝਾਂਗਾ। ਇਹੀ ਮੇਰੇ ਲਈ ਤੀਰਥ ਇਸ਼ਨਾਨ ਹੈ। ਤੇਰੇ ਚਰਨਾਂ ਵਿੱਚ ਲੀਨਤਾ ਵਾਲੀ ਅਵਸਥਾ ਹੀ ਗੰਗਾ, ਜਮਨਾ, ਸਰਸਵਤੀ ਤਿੰਨਾਂ ਨਦੀਆਂ ਦਾ ਮਿਲਾਪ ਵਾਲਾ ਥਾਂ ਹੈ, ਤ੍ਰਿਵੇਣੀ ਹੈ। ਇਹ ਤੇਰੇ ਚਰਨਾਂ ਦੀ ਲੀਨਤਾ ਹੀ ਮੇਰੇ ਲਈ ਤ੍ਰਿਵੇਣੀ ਹੈ। ਉੱਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ। ਜਿਸ ਮਨੁੱਖ ਨੇ ਹਰੇਕ ਯੁੱਗ ਵਿੱਚ ਵਿਆਪਕ ਪਰਮੇਸ਼ਰ ਨਾਲ ਸਾਂਝ ਪਾ ਲਈ, ਉਸਨੇ ਤੀਰਥ ਇਸ਼ਨਾਨ ਆਦਿਕ ਸਾਰੇ ਪੁੰਨ ਕਰਮ, ਦਾਨ ਤੇ ਪੂਜਾ ਕਰਮ ਕਰ ਲਏ। ਤੇ ਜਿਹਨੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ,
ਜਿੱਥੇ ਮਰਜੀ ਭਟਕੇ ਸੰਸਾਰ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਣਾ। ਨਾਨਕ ਮਾਗਮ ਰਸ ਹਰ ਜਪਿਆ 68 ਤੀਰਥ ਨਾਤਾ। ਪਾਤਸ਼ਾਹ ਕਹਿੰਦੇ ਮਾਘ ਮਹੀਨੇ ਵਿੱਚ ਤੀਰਥ ਇਸ਼ਨਾਨ ਆਦਿਕ ਦੇ ਥਾਂ ਜਿਸ ਨੇ ਪ੍ਰਭੂ ਦਾ ਸਿਮਰਨ ਕਰਕੇ ਪ੍ਰਭੂ ਨਾਮ ਦਾ ਮਹਾਰਸ ਪੀ ਲਿਆ, ਉਸਨੇ 68 ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ। ਸਮਝੀਏ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ, ਅੰਦਿਨ ਰਹੱਸ ਪਿਆ ਆਪ ਗਵਾਇਆ। ਸਿਆਲੀ ਰੁੱਤ ਦੀ ਕਰੜੀ ਸਰਦੀ ਦੇ ਮਗਰੋਂ ਬਹਾਰ ਆ ਗਈ। ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਨਾਲ ਖੁਸ਼ੀਆਂ ਮਨਾਉਂਦੇ ਫਿਰਦੇ ਨੇ, ਪਰ ਜਿਸ ਜੀਵ ਇਸਤਰੀ ਨੂੰ ਆਪਣੇ ਮਨ ਵਿੱਚ ਪ੍ਰਭੂ ਦਾ ਪਿਆਰ ਮਿੱਠਾ ਲੱਗਿਆ, ਉਸ ਦੇ ਮਨ ਵਿੱਚ ਅਸਲ ਆਨੰਦ ਪੈਦਾ ਹੁੰਦਾ ਹੈ, ਅਸਲ ਰੰਗ ਚੜ੍ਹਦਾ ਹੈ। ਉਹਨੂੰ ਜਿਸ ਨੇ ਆਪਾ ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖੜਾਓ ਬਣਿਆ ਰਹਿੰਦਾ ਹੈ। ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ। ਬਹੁਤੇ ਵੇਸ ਕਰੀ ਫਿਰ ਬਾਜਾਂ, ਮਹਿਲੀ ਲਹਾਨ ਥਾਓ। ਪਰ ਆਪਾ ਭਾਵ ਗਵਾਉਣਾ ਕੋਈ ਸੌਖੀ ਖੇਡ ਨਹੀਂ। ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਤਾਂ ਜੀਵ ਆਪਣੇ ਮਨ ਵਿੱਚੋਂ ਮਾਇਆ ਦਾ ਮੋਹ ਮੁਕਾਉਂਦਾ ਹੈ। ਪ੍ਰਭੂ ਵੀ ਮਿਹਰ ਕਰਕੇ ਉਸਦੇ ਹਿਰਦੇ ਘਰ ਵਿੱਚ ਆਪ ਪ੍ਰਵੇਸ਼ ਕਰਦਾ ਹੈ। ਪ੍ਰਭੂ ਮਿਲਾਵਟ ਤੋਂ ਬਿਨਾਂ ਹੀ ਮੈਂ ਬਥੇਰੇ ਧਾਰਮਿਕ ਸ਼ਿੰਗਾਰ ਵਿਖਾਵੇ ਕੀਤੇ, ਲਿਬਾਸ ਪਹਿਨੇ, ਧਾਰਮਿਕ ਕੰਮ ਕੀਤੇ, ਪਰ ਉਸਦੇ ਚਰਨਾਂ ਵਿੱਚ ਮੈਨੂੰ ਟਿਕਾਣਾ ਨਾ ਮਿਲਿਆ। ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋੜੀ ਸ਼ਿੰਗਾਰੀ, ਨਾਨਕ ਮੇਲ ਲਈ ਗੁਰ ਆਪਣਾ ਘਰ ਵਰ ਪਾਇਆ ਨਾਰੀ। ਜਿਸ ਨੂੰ ਪਤੀ ਪ੍ਰਭੂ ਨੇ ਪਸੰਦ ਕਰ ਲਿਆ, ਉਹ ਸਾਰੇ ਹਾਰ ਸ਼ਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸ਼ਿੰਗਾਰੀ ਗਈ, ਭਾਵ ਗੁਣਾਂ ਨਾਲ ਸ਼ਿੰਗਾਰੀ ਗਈ। ਪਾਤਸ਼ਾਹ ਕਹਿੰਦੇ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਆਪਣੇ ਗੁਰੂ ਦੇ ਰਾਹੀਂ ਆਪਣੇ ਨਾਲ ਮਿਲਾ ਲਿਆ, ਉਸ ਨੂੰ ਹਿਰਦੇ ਘਰ ਵਿੱਚ ਹੀ ਖਸਮ ਪ੍ਰਭੂ ਮਿਲ ਪਿਆ। ਬੇਦਸ ਮਾਰੁਤੀ ਥਿੱਤੀ ਵਾਰ ਪਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਪ੍ਰਭ ਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਬਿਦ ਜਾਣੈ। ਜਿਸ ਜੀਵ ਇਸਤਰੀ ਦੇ ਅਡੋਲ ਹੋਏ ਹਿਰਦੇ ਵਿੱਚ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਆ ਵਸਦਾ ਹੈ, ਉਸ ਨੂੰ 12 ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਸੁਲੱਖਣੇ ਜਾਪਦੇ ਨੇ। ਸਾਰੀਆਂ ਘੜੀਆਂ, ਸਾਰੇ ਮੁਹੂਰਤ ਪਲ ਸੁਲੱਖਣੇ ਜਾਪਦੇ ਹਨ। ਉਸ ਨੂੰ ਕਿਸੇ ਸੰਗਰਾਂਦ ਮੱਸਿਆ ਆਦਿਕ ਦੀ ਪਵਿੱਤਰਤਾ ਦਾ ਭਰਮ ਭੁਲੇਖਾ ਨਹੀਂ ਰਹਿੰਦਾ। ਉਹ ਜੀਵ ਇਸਤਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖਾਸ ਮੁਹੂਰਤ ਨਹੀਂ ਭਾਲਦੀ। ਉਸ ਨੂੰ ਇਹ ਯਕੀਨ ਆ ਜਾਂਦਾ ਹੈ ਜਦੋਂ ਪ੍ਰਭੂ ਪਿਆਰਾ ਮਿਲ ਪਏ, ਉਹਦੇ ਸਾਰੇ ਹੀ ਕਾਰਜ ਰਾਸ ਹੁੰਦੇ ਹਨ। ਭਾਵ ਪ੍ਰਮਾਤਮਾ ਦਾ ਆਸਰਾ ਲੈਣ ਨਾਲ ਸਭ ਕੰਮ ਰਾਸ ਆ ਜਾਂਦੇ ਹਨ। ਕਰਤਾਰ ਹੀ ਜੀਵ ਨੂੰ ਸਫਲਤਾ ਦੇਣ ਦੀਆਂ ਸਾਰੀਆਂ ਵਿਧੀਆਂ ਜਾਣਦਾ ਹੈ। ਜਿਨ ਸ਼ਿੰਗਾਰੀ ਤਿਸੈ ਪਿਆਰੀ, ਮੇਲ ਪਿਆ ਰੰਗ ਮਾਣੈ। ਕਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ। ਪਰ ਇਹ ਸਿਦਕ ਸ਼ਰਧਾ ਦਾ ਆਤਮਿਕ ਸੋਹਜ ਪ੍ਰਮਾਤਮਾ ਆਪ ਹੀ ਬਖਸ਼ਿਸ਼ ਕਰਦਾ ਹੈ। ਪ੍ਰਭੂ ਨੇ ਆਪ ਹੀ ਜੀਵ ਇਸਤਰੀ ਦੇ ਆਤਮਾ ਨੂੰ ਸੰਵਾਰਿਆ ਹੈ ਤੇ ਆਪ ਹੀ ਉਸ ਨੂੰ ਪਿਆਰਦਾ ਹੈ। ਉਸ ਦੀ ਮਿਹਰ ਨਾਲ ਹੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਿਲਾਪ ਹੁੰਦਾ ਹੈ ਤੇ ਉਹ ਆਤਮਿਕ ਆਨੰਦ ਮਾਣਦੀ ਹੈ। ਗੁਰੂ ਦੇ ਰਾਹੀਂ ਜਿਸ ਜੀਵ ਇਸਤਰੀ ਦੇ ਮੱਥੇ ਦਾ ਲੇਖ ਉਗੜਿਆ, ਉਸ ਅਨੁਸਾਰ ਜਦੋਂ ਪ੍ਰਭੂ ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ ਰੂਪੀ ਸੇਜ ਸੁੰਦਰ ਹੋ ਗਈ।
ਨਾਨਕ ਅਹਨਿ ਸਰਾਵੈ ਪ੍ਰੀਤਮ ਹਰ ਵਰ ਥਿਰ ਸੁਹਾਗੋ। ਪਾਤਸ਼ਾਹ ਕਹਿੰਦੇ ਉਸ ਸੁਭਾਗੀ ਜੀਵ ਇਸਤਰੀ ਨੂੰ ਪ੍ਰੀਤਮ ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ। ਪ੍ਰਭੂ ਪਤੀ ਉਸ ਦਾ ਸਦਾ ਲਈ ਸਾਰਾ ਕਾਰਜ ਕਰਦਾ ਤੇ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ।